ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਫੇਰ ਹਾਜ਼ਰ ਹਾਂ ਆਪਣੇ ਆਖਰੀ ਪਾਠ ਦੇ ਨਾਲ, ਜਿਹੜਾ ਕਿ ਜਮਾਤ 8ਵੀਂ ਦਾ ਪਾਠ ਨੰਬਰ 23। ਬਹੁਤ ਹੀ ਸੋਹਣੀ ਇਕਾਂਗੀ ਹੈ, ਬਹੁਤ ਹੀ ਸਿੱਖਿਆ ਦੇਣ ਵਾਲੀ ਇਕਾਂਗੀ ਹੈ। ਸਿਰਜਣਾ। ਇਸ ਵਿੱਚ ਸਿਰਜਣਾ ਨਾਂ ਦੀ ਇੱਕ ਇਸਤਰੀ ਹੈ, 28-29 ਵਰਿਆਂ ਦੀ। ਉਸਦਾ ਇੱਕ ਪਤੀ ਕੁਲਦੀਪ, ਉਸਦੀ ਸੱਸ ਜਿਹੜੀ ਕਿ ਬੀਜੀ ਦੇ ਨਾਂ ਨਾਲ ਇੱਥੇ ਜਾਣੀ ਜਾਊਗੀ। ਨਾਲ ਹੀ ਇੱਕ ਮਾਸੀ ਹੈ ਜੋ ਹਸਪਤਾਲ ਦੇ ਵਿੱਚ ਸਫਾਈ ਸੇਵਕਾ ਹੈ। ਇਹ ਇਕਾਂਗੀ ਪਾਲੀ ਭੁਪਿੰਦਰ ਸਿੰਘ ਜੀ ਦੁਆਰਾ ਲਿਖੀ ਗਈ ਹੈ। ਇਸ ਵਿੱਚ ਭਰੂਣ ਹੱਤਿਆ, ਜਿਹੜੇ ਲੋਕ ਕੁੜੀਆਂ ਮਤਲਬ ਭਰੂਣ ਦੀ ਜਾਂਚ ਕਰਾ ਕੇ ਚੈੱਕ ਕਰਾ ਕੇ ਕਿ ਜੇ ਉਹ ਕੁੜੀ ਹੈ ਤਾਂ ਉਸਦੀ ਹੱਤਿਆ ਕਰਵਾ ਦਿੰਦੇ ਨੇ, ਉਸ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ। ਆਓ ਹੁਣ ਅਸੀਂ ਇਕਾਂਗੀ ਪੜ੍ਹਦੇ ਹਾਂ, ਸਮਝਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਦ੍ਰਿਸ਼ ਹੈ ਉਹ ਇੱਕ ਕਲੀਨਿਕ ਦਾ ਹੈ, ਜਿੱਥੇ ਡਾਕਟਰਨੀ ਤੇ 2 ਨਰਸਾਂ ਨੇ ਤੇ ਮਾਸੀ ਹੈ ਇੱਕ, ਜਿਹੜੀ ਸਫਾਈ ਕਰਮਚਾਰੀ ਹੈ ਤੇ ਉਹ ਤੇਜ਼ੀ ਨਾਲ ਫਟਾਫਟ ਸਫਾਈ ਕਰ ਰਹੀ ਹੈ। ਦਰਵਾਜ਼ਾ ਖੁੱਲ੍ਹਦਾ ਹੈ। ਬੀਜੀ ਤੇ ਸਿਰਜਣਾ ਸੱਸ ਨੂੰਹ ਅੰਦਰ ਆਉਂਦੀਆਂ ਹਨ। ਬੀਜੀ ਜਿਹੜੀ ਹੈ ਮਾਸੀ ਨੂੰ ਕਹਿੰਦੀ ਹੈ ਕਿ ਡਾਕਟਰ ਸਾਹਿਬ ਨਹੀਂ ਆਏ ਹਾਲੇ, ਤੇ ਮਾਸੀ ਕਹਿੰਦੀ ਹੈ ਥੋੜ੍ਹਾ ਤਲਖੀ ਨਾਲ, ਸਫਾਈ ਚੱਲਦੀ ਪਈ ਹੈ, ਦਿਸਦਾ ਨਹੀਂ ਤੁਹਾਨੂੰ? ਤੁਸੀਂ ਜੁੱਤੀਆਂ ਲੈ ਕੇ ਅੰਦਰ ਆ ਗਏ, ਸਾਰੇ ਪੈਰਾਂ ਦੇ ਛਾਪੇ ਲੱਗ ਜਾਣਗੇ, ਫਿਰ ਡਾਕਟਰ ਸਾਹਿਬ ਤਾਂ ਆ ਕੇ ਮੈਨੂੰ ਝਿੜਕਾਂ ਦੇਣਗੇ। ਝਿੜਕਾਂ ਮਤਲਬ ਡਾਂਟਣਗੇ। ਆਪਰੇਸ਼ਨ ਥੀਏਟਰ 'ਚ ਹੈ ਤੇ ਆ ਜਾਂਦੇ ਹੈਗੇ ਆ, ਹੁਣੇ ਆ ਜਾਣਗੇ, ਆਪਰੇਸ਼ਨ ਥੀਏਟਰ 'ਚ ਨੇ। ਕਾਲੀ ਵਿੱਚ ਬੋਕਰ ਲੈ ਕੇ ਚਲੀ ਜਾਂਦੀ ਹੈ। ਬੋਕਰ ਦਾ ਅਰਥ ਹੈ ਝਾੜੂ। ਤੇ ਬੀਜੀ ਬਹੁਤ ਗੁੱਸੇ ਨਾਲ ਉਸਨੂੰ ਜਾਂਦੀ ਹੋਈ ਵੇਖਦੀ ਹੈ। ਫਿਰ ਕਹਿੰਦੀ ਹੈ, ਬੀਜੀ ਕਹਿੰਦੀ ਹੈ ਬੜੀ ਬਦਤਮੀਜ਼ ਹੈ, ਬੋਲਦੀ ਕਿੱਦਾਂ ਇਹ? ਫਿਰ ਨਰਸ ਆਉਂਦੀ ਹੈ ਤੇ ਨਰਸ ਕਹਿੰਦੀ ਹੈ ਬੋਲਣ ਵਿੱਚ ਹੀ ਇੱਦਾਂ ਦੀ ਹੈ, ਉਂਝ ਦਿਲ ਦੀ ਚੰਗੀ ਹੈ। ਬੈਠੋ ਤੁਸੀਂ, ਡਾਕਟਰ ਸਾਹਿਬ ਆਉਣ ਵਾਲੇ ਨੇ ਅਲਟਰਾਸਾਊਂਡ ਲਈ, ਆਏ ਹੋ ਨਾ ਤੁਸੀਂ? ਤਾਂ ਬੀਜੀ ਕਹਿੰਦੀ ਹੈ ਹਾਂ, ਪਰ ਜੇ ਲੋੜ ਪਈ ਤਾਂ ਅਗਾਂਹ ਵੀ ਕੁਝ ਕਰਾਂਗੇ। ਤਾਂ ਉਸ ਸਮੇਂ ਨਰਸ ਕਹਿੰਦੀ ਹੈ ਮੁਸਕਰਾ ਕੇ, ਲੋੜ ਹੋਈ ਤਾਂ? ਕੀ ਮਤਲਬ ਹੈ ਤੁਹਾਡਾ? ਬੀਜੀ ਲਾਪਰਵਾਹੀ ਨਾਲ ਕਹਿੰਦੀ ਹੈ ਮਤਲਬ ਜੇ ਕੁੜੀ ਹੋਈ ਤਾਂ ਅਗਾਂਹ ਵੀ ਕੁਝ ਕਰਨਾ ਹੀ ਪਊ। ਇੱਕ ਹੈਗੀ ਹੈ, ਜੇ ਦੂਜੀ ਵੀ ਕੁੜੀ ਹੋਈ ਤਾਂ ਨਹੀਂ ਰੱਖਣੀ ਅਸੀਂ। ਸਿਰਜਣਾ ਡਰ ਕੇ ਕਹਿੰਦੀ ਹੈ ਬੀਜੀ ਇਹ ਤੁਸੀਂ ਕੀ ਕਹਿ ਰਹੇ ਹੋ? ਇਹ ਪਾਪ ਹੈ, ਇਹ ਠੀਕ ਨਹੀਂ ਹੈ। ਬੀਜੀ ਕਹਿੰਦੀ ਕੀ ਠੀਕ ਹੈ ਤੇ ਕੀ ਨਹੀਂ ਹੈ? ਤੇਰੇ ਨਾਲੋਂ ਮੈਨੂੰ ਜ਼ਿਆਦਾ ਪਤਾ ਹੈ। ਸਿਰਜਣਾ ਕਹਿੰਦੀ ਹੈ ਪਰ ਕੀ ਫਰਕ ਪਏਗਾ ਜੇ ਲੜਕੀ ਹੋਏਗੀ ਤਾਂ? ਬੀਜੀ ਕਹਿੰਦੀ ਹੈ ਪੂਰੇ 40 ਕਿੱਲੇ ਪੈਲੀ ਹੈ ਤੇ ਇੱਕ ਸੈਲਰ, ਜਾਨ ਮਾਰ ਕੇ ਬਚਾਏ ਹੈ ਸ਼ਰੀਕਾਂ ਤੋਂ ਹੁਣ ਤੱਕ। ਬੀਜੀ ਮਤਲਬ ਸੱਸ ਕਹਿੰਦੀ ਹੈ ਕਿ ਮੇਰੇ ਕੋਲ 40 ਕਿੱਲੇ ਪੈਲੀ ਮਤਲਬ ਜ਼ਮੀਨ ਹੈ, ਤੇ ਸੈਲਰ ਜਿੱਥੇ ਚਾਵਲ ਵਗੈਰਾ ਨਿਕਾਲੇ ਜਾਂਦੇ ਨੇ ਉਹਨੂੰ, ਤੇ ਬੜੀ ਮੁਸ਼ਕਲ ਬਚਾਏ ਨੇ ਸ਼ਰੀਕਾਂ ਦੀ। ਸ਼ਰੀਕ ਮਤਲਬ ਚਾਚੇ ਤਾਇਆਂ ਦੀ ਨਜ਼ਰ ਹੈ ਉਸ 'ਤੇ ਖੋਣ ਲਈ। ਅੱਗੇ ਹੈ ਇਹਨਾਂ ਨੂੰ ਸੰਭਾਲਣ ਲਈ ਚਾਹੀਦਾ ਮੈਨੂੰ, ਨਾਲੇ ਅੱਗੇ ਬੈਠੀ ਨਹੀਂ ਛਾਤੀ ਤੇ ਇੱਕ ਦਾਜ ਵੀ ਦੇਣੇ ਤੇਰੀ ਧੀਆਂ ਦੇ, ਮੈਂ ਸਮਝੀ ਨਾ? ਅਚਾਨਕ ਪਾਣੀ ਲੈ ਕੇ ਮਾਸੀ ਆਉਂਦੀ ਹੈ। ਦੋਵੇਂ ਚੁੱਪ ਕਰ ਜਾਂਦੀਆਂ ਹਨ, ਪਰ ਮਾਸੀ ਸਭ ਸਮਝਦੀ ਹੈ। ਦੋਵੇਂ ਅਣਮੰਨੇ ਮਨ ਨਾਲ ਪਾਣੀ ਪੀਂਦੀਆਂ ਹਨ। ਬੀਜੀ ਕਹਿੰਦੀ ਹੈ ਮੈਂ ਪਤਾ ਕਰਦੀ ਹਾਂ, ਜੇ ਲੈਬ ਵਾਲਾ ਆ ਗਿਆ ਹੋਵੇ ਤਾਂ। ਜੇ ਡਾਕਟਰ ਸਾਹਿਬ ਪਹਿਲਾਂ ਆ ਜਾਣ ਤਾਂ ਤੂੰ ਚਲੀ ਜਾਈਂ ਸਕੈਨਿੰਗ ਨੂੰ। ਦਰਵਾਜ਼ੇ 'ਤੇ ਪਹੁੰਚ ਕੇ ਨਾ ਇਹ ਰੋਣ ਵਰਗਾ ਮੂੰਹ ਬਣਾ ਕੇ ਬੈਠੀ ਹੈ। ਹਾਲੇ ਕਿਹੜਾ ਪਤਾ ਲੱਗ ਗਿਆ ਕੀ ਹੈ? ਸਕੈਨਿੰਗ ਤਾਂ ਹੋ ਲੈਣ ਦੇ, ਹੋ ਸਕਦਾ ਹੈ ਲੋੜ ਹੀ ਨਾ ਪਵੇ। ਬੁੜਬੁੜ ਕਰਦੀ ਜਾਂਦੀ ਹੈ। ਸਿਰਜਣਾ ਬੁਰੀ ਤਰ੍ਹਾਂ ਪਰੇਸ਼ਾਨ ਹੈ। ਮਾਸੀ ਉਸਦੀ ਪਰੇਸ਼ਾਨੀ ਨੂੰ ਸਮਝਦੀ ਹੈ, ਗਲਾਸ ਲੈ ਕੇ ਜਾਂਦੀ ਹੈ। ਉਸਦੇ ਜਾਂਦਿਆਂ ਹੀ ਸਿਰਜਣਾ ਆਪਣਾ ਮੋਬਾਈਲ ਕੱਢ ਕੇ ਆਪਣੇ ਪਤੀ ਕੁਲਦੀਪ ਦਾ ਨੰਬਰ ਡਾਇਲ ਕਰਦੀ ਹੈ। ਅੱਗੋਂ ਕੁਲਦੀਪ ਦੀ ਆਵਾਜ਼ ਆਉਂਦੀ ਹੈ। ਕੁਲਦੀਪ ਹੈਲੋ। ਸਿਰਜਣਾ ਹੈਲੋ ਦੀਪ, ਮੈਂ ਸਿਰਜਣਾ। ਦੀਪ ਬੀਜੀ ਮੈਨੂੰ ਕਲੀਨਿਕ ਲੈ ਕੇ ਆਏ ਨੇ ਸਕੈਨਿੰਗ ਲਈ, ਉਹ ਕਹਿ ਰਹੇ ਨੇ ਕਿ ਜੇ ਲੜਕੀ ਹੋਈ ਤਾਂ। ਕੁਲਦੀਪ ਓਹੋ, ਤੂੰ ਇੰਨੀ ਕੁ ਗੱਲ ਲਈ ਮੈਨੂੰ ਫੋਨ ਕਰ ਦਿੱਤਾ? ਤੈਨੂੰ ਪਤਾ ਹੈ ਆਫਿਸ 'ਚ ਕਿੰਨੀ ਜ਼ਰੂਰੀ ਮੀਟਿੰਗ ਚੱਲ ਰਹੀ ਹੈ। ਨਾਲੇ ਜੇ ਬੀਜੀ ਕਹਿ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ। ਤੂੰ ਕਰ ਲੈ ਜਿਵੇਂ ਉਹ ਕਹਿੰਦੇ ਨੇ। ਮੈਂ ਬਿਜ਼ੀ ਹਾਂ ਇਸ ਵੇਲੇ। ਬਿਜ਼ੀ ਮਤਲਬ ਵਿਅਸਤ ਹਾਂ। ਅਚਾਨਕ ਹੀ ਫੋਨ ਕੱਟ ਜਾਂਦਾ ਹੈ। ਸਿਰਜਣਾ ਨੂੰ ਬੜਾ ਧੱਕਾ ਲੱਗਦਾ ਹੈ। ਉਸਨੂੰ ਦੀਪ ਵੱਲੋਂ ਇਸ ਤਰ੍ਹਾਂ ਦੇ ਵਿਵਹਾਰ ਦੀ ਉਮੀਦ ਨਹੀਂ ਸੀ। ਦੂਜਾ ਧੱਕਾ ਇਹ ਜਾਣ ਕੇ ਲੱਗਦਾ ਹੈ ਕਿ ਉਸਦੀ ਇਹ ਗੱਲ ਬੀਜੀ ਨੇ ਸੁਣ ਲਈ। ਬੀਜੀ ਜਦੋਂ ਮੈਂ ਕਹਿਤਾ ਸੀ ਫਿਰ ਕੀ ਲੋੜ ਹੈ ਦੀਪੇ ਨੂੰ ਫੋਨ ਕਰਨ ਦੀ? ਸਿਰਜਣਾ ਉਹ ਮੇਰੇ ਜੀਵਨ ਸਾਥੀ ਨੇ ਬੀਜੀ, ਕੀ ਇਹੋ ਜਿਹੇ ਮਾਮਲਿਆਂ 'ਤੇ ਸਲਾਹ ਵੀ ਨਹੀਂ ਕਰਨ ਸਕਦੀ ਮੈਂ ਉਹਨਾਂ ਨਾਲ? ਬੀਜੀ ਤੇ ਮੇਰੀ ਸਲਾਹ ਤਾਂ ਕੋਈ ਮਾਇਨੇ ਨਹੀਂ ਰੱਖਦੀ ਇਹੋ ਜਿਹੇ ਮਾਮਲਿਆਂ 'ਤੇ?
ਭੌਂਕਦੀ ਆ ਮੈਂ ਕੋਈ ਕਿ ਗੋਲੀ ਰੱਖੀ ਹੈ ਤੁਹਾਡੀ? ਤੇਰੀ ਪਹਿਲਾਂ ਸਹਿਣ ਕਰ ਲਈ, ਉਹ ਥੋੜੀ ਹੈ ਜੇ ਤੂੰ ਹੋਰ ਮੜਨ ਨੂੰ ਫਿਰਦੀ ਹੈ ਮੇਰੇ ਮੱਥੇ ਤੇ। ਸਿਰਜਣਾ, ਮੱਥੇ ਵਿੱਚ ਤਾਂ ਉਹੀ ਮੜਿਆ ਜਾਣਾ ਬੀਜੀ ਜੋ ਕੁਦਰਤ ਚਾਹੇਗੀ। ਬੀਜੀ, ਇਹ ਤੂੰ ਮੇਰੇ ਤੇ ਛੱਡ ਦੇ, ਇਸੇ ਲਈ ਤਾਂ ਮੈਂ ਡਾਕਟਰ ਨੂੰ ਲੈ ਕੇ ਆਈ ਹਾਂ ਤੈਨੂੰ। ਸਿਰਜਣਾ, ਪਰ ਇਸ ਗੱਲ ਦੀ ਕੀ ਗਰੰਟੀ ਹੈ ਬੀਜੀ ਕਿ ਅਗਲੀ ਵਾਰ ਮੁੰਡਾ ਹੀ ਹੋਊਗਾ? ਜੇ ਫੇਰ ਕੁੜੀ ਹੋਈ ਤਾਂ ਕੀ ਕਰੋਗੇ? ਬੀਜੀ, ਫਿਰ ਦੀ ਫੇਰ ਦੇਖੀ ਜਾਓ। ਸਿਰਜਣਾ, ਕਦੋਂ ਤੱਕ? ਫਿਰ ਕਦੋਂ ਤੱਕ ਚੱਲਦੇ ਰਹਿਣਗੇ ਇਹ ਪ੍ਰਯੋਗ? ਕਹਿ ਤਾਂ ਸਹੀ ਰਹੀ ਹੈ ਨਾ ਸਿਰਜਣਾ? ਬੀਜੀ, ਜਦੋਂ ਤੱਕ ਮੈਨੂੰ ਆਪਣੀ ਜ਼ਮੀਨ ਜਾਇਦਾਦ ਦਾ ਵਾਰਸ ਨਹੀਂ ਮਿਲ ਜਾਂਦਾ। ਵੇਖ ਬੀਬਾ, ਲੋੜ ਹੁੰਦੀ ਹੈ ਬੰਦੇ ਦੀ। ਜੇ ਮੇਰੀ ਲੋੜ ਤੇ ਮੇਰੀ ਲੋੜ ਇਹੀ ਹੈ, ਵਾਰਸ ਚਾਹੀਦਾ ਮੈਨੂੰ ਆਪਣੀ ਪ੍ਰਾਪਰਟੀ ਦਾ। ਪਰ ਜੇ ਤੈਨੂੰ ਸ਼ੌਂਕ ਹੈ ਨਾ ਧੀ ਦਾ, ਤਾਂ ਹੋਰ ਘਰ ਵੇਖ ਲੈ। ਜੇ ਤੈਨੂੰ ਲੱਗਦਾ ਹੈ ਜਨਾਨੀ ਦਾ ਬਣ ਕੇ ਰਹੂਗਾ ਤੇਰਾ ਖਸਮ, ਤਾਂ ਦੀਪੇ ਨੂੰ ਵੀ ਨਾਲ ਹੀ ਲੈ ਜਾ। ਭਾਵੇਂ ਮੰਦਰ ਗੁਰਦੁਆਰੇ ਦੇ ਨਾਂ ਲਾਉਣੀ ਮਨਜ਼ੂਰ ਹੈ ਮੈਨੂੰ, ਪਰ ਦਾਜ ਵਿੱਚ ਨਹੀਂ ਵੰਡਣੀ ਮੈਂ। ਜਾਨ ਮਾਰ ਕੇ ਤੋੜੀ ਜਾਇਦਾਦ ਤੇਰੀ ਧੀਆਂ ਦੇ। ਜੇ ਨਹੀਂ ਜੀ ਮੰਨਦਾ ਨਾ ਤੇ ਤੇਰਾ ਇਸ ਕੰਮ ਨੂੰ, ਤਾਂ ਤੁਰ ਜਾ ਜਿੱਥੋਂ ਆਈ ਹੈ। ਮੇਰੇ ਘਰ ਰਹਿ ਕੇ ਨਹੀਂ ਜੰਮ ਸਕਦੀ ਤੂੰ ਇੱਕ ਹੋਰ ਪੱਥਰ। ਗੁੱਸੇ ਵਿੱਚ ਝੋਲਾ ਚੁੱਕ ਕੇ ਚਲੀ ਜਾਂਦੀ ਹੈ ਤੇ ਸਿਰਜਣਾ ਦਾ ਮਨ ਭਰ ਆਉਂਦਾ ਹੈ ਤੇ ਰੋ ਪੈਂਦੀ ਹੈ ਤੇ ਡਾਕਟਰ ਆਉਂਦੀ ਹੈ। ਹੈਲੋ, ਡਾਕਟਰ ਕਹਿੰਦੀ ਆ ਕੇ। ਹੈਲੋ, ਬੈਠਦੀ ਹੋਈ, ਸੌਰੀ ਤੁਹਾਨੂੰ ਵੇਟ ਕਰਨੀ ਪਈ, ਤੁਸੀਂ ਸਕੈਨਿੰਗ ਲਈ ਆਏ ਹੋ। ਸਿਰਜਣਾ ਆਪਣੇ ਆਪ ਨੂੰ ਸੰਭਾਲਦੀ ਹੋਈ, ਜੀ ਡਾਕਟਰ ਸਾਹਿਬ, ਸਵੇਰੇ ਫੋਨ ਤੇ ਗੱਲ ਹੋਈ ਸੀ ਤੁਹਾਡੇ ਨਾਲ। ਡਾਕਟਰ, ਹਾਂ ਹਾਂ ਮੈਨੂੰ ਯਾਦ ਹੈ, ਪਰ ਮੈਨੂੰ ਇੱਕ ਗੱਲ ਦੱਸੋ ਸਿਰਜਣਾ ਜੀ, ਤੁਸੀਂ ਪੜ੍ਹੇ ਲਿਖੇ ਹੋ? ਜੇ ਪੜ੍ਹੇ ਲਿਖੇ ਹੋ, ਲੋਕ ਵੀ ਇੱਦਾਂ ਹੀ ਫਰਕ ਕਰਨ ਲੱਗ ਪਏ ਕੁੜੀ ਮੁੰਡੇ ਵਿੱਚ, ਤਾਂ ਸਾਡੀ ਸੁਸਾਇਟੀ ਦਾ ਕੀ ਬਣੇਗਾ? ਸਿਰਜਣਾ, ਤੁਸੀਂ ਵੀ ਤਾਂ ਪੜ੍ਹੇ ਲਿਖੇ ਹੋ ਡਾਕਟਰ ਸਾਹਿਬ, ਪਰ ਤੁਸੀਂ। ਡਾਕਟਰ, ਮੇਰਾ ਪ੍ਰੋਫੈਸ਼ਨ ਇਹ ਤਾਂ ਨਹੀਂ, ਤਾਂ ਕੀ ਮੁੰਡਾ ਤੇ ਕੀ ਕੁੜੀ। ਸਿਰਜਣਾ, ਤੁਸੀਂ ਸਮਝਾ ਸਕਦੇ ਹੋ ਲੋਕਾਂ ਨੂੰ। ਡਾਕਟਰ, ਕੌਣ ਸਮਝਦਾ ਹੈ? ਹੁਣ ਮੈਂ ਤੁਹਾਨੂੰ ਕਹਾਂ ਇਹ ਗਲਤ ਹੈ, ਨਾ ਕਰੋ ਇਹ ਕੰਮ, ਤੁਸੀਂ ਮੰਨ ਲਓਗੇ? ਤੁਸੀਂ ਤਾਂ ਪੜ੍ਹੇ ਲਿਖੇ ਵੀ ਹੋ। ਸਿਰਜਣਾ ਉਦਾਸ ਹੋ ਜਾਂਦੀ ਹੈ, ਮੇਰੀ ਕੋਈ ਮਜਬੂਰੀ ਵੀ ਹੋ ਸਕਦੀ ਹੈ। ਸਿਰਜਣਾ ਇਹ ਗੱਲਾਂ ਡਾਕਟਰ ਸਾਹਿਬ ਨੂੰ ਕਹਿ ਰਹੀ ਹੈ। ਫਿਰ ਡਾਕਟਰ ਕਹਿੰਦੀ ਹੈ ਮੁਸਕਰਾਉਂਦੀ ਹੋਈ, ਅਜਿਹਾ ਹੀ ਹੁੰਦਾ ਮਿਸਿਸ ਸਿਰਜਣਾ। ਅਨਪੜ੍ਹ ਲੋਕ ਤਾਂ ਸੋਚਦੇ ਵੀ ਨਹੀਂ ਅਜਿਹਾ ਕੰਮ ਕਰਾਉਣ ਲੱਗਿਆ। ਪੜ੍ਹੇ ਲਿਖੇ ਲੋਕ ਸੋਚਦੇ ਤਾਂ ਬਹੁਤ ਨੇ, ਪਰ ਪਤਾ ਨਹੀਂ ਕਿਉਂ ਅਕਸਰ ਮਜਬੂਰ ਹੁੰਦੇ ਨੇ। ਦੋ ਚਿੱਤੀ ਮਤਲਬ ਦੋ ਮਨ ਹੋਈ ਵਿੱਚ ਪਈ ਸਿਰਜਣਾ ਪਰੇਸ਼ਾਨ ਹੋ ਜਾਂਦੀ ਹੈ। ਇੱਕ ਵਾਰ ਫੇਰ ਹੌਸਲਾ ਕਰਕੇ ਕੁਲਦੀਪ ਨੂੰ ਫੋਨ ਕਰਦੀ ਹੈ ਤੇ ਫੋਨ ਤੇ ਦੀਪ ਦੀ ਆਵਾਜ਼ ਆਉਂਦੀ ਹੈ, ਆਵਾਜ਼ 'ਚ। ਹੈਲੋ ਸਿਰਜਣਾ, ਹੈਲੋ ਦੀਪ, ਮੈਂ ਸਿਰਜਣਾ। ਹਾਂ ਸਿਰਜਣਾ, ਕੀ ਹੋਇਆ, ਆਇਆ ਕੋਈ ਰਿਜ਼ਲਟ? ਸਿਰਜਣਾ ਕਹਿੰਦੀ ਹੈ, ਨਹੀਂ ਦੀਪ, ਪਰ ਦੀਪ ਬੀਜੀ ਜੋ ਕਹਿ ਰਹੇ ਨੇ ਉਹ ਮੈਨੂੰ ਲੱਗਦਾ ਗਲਤ ਹੈ। ਸਿਰਜਣਾ, ਕੀ ਠੀਕ ਹੈ ਤੇ ਕੀ ਗਲਤ? ਬੀਜੀ ਤੇਰੇ ਨਾਲੋਂ ਜ਼ਿਆਦਾ ਜਾਣਦੇ ਨੇ ਸਿਰਜਣਾ, ਦੁਨੀਆ ਦੇਖੀ ਹੋਈ ਉਹਨਾਂ ਨੇ ਸਾਰੀ। ਸਿਰਜਣਾ, ਸਿਰਫ ਬਾਹਰ ਦੀ ਦੁਨੀਆ ਦੀਪ, ਪਰ ਇਹ ਜੋ ਕੁਝ ਵਾਪਰ ਰਿਹਾ ਇਹ ਅੰਦਰ ਬਾਹਰ ਦੀ ਦੁਨੀਆ ਵਿੱਚ ਨਹੀਂ, ਮੇਰੇ ਅੰਦਰ ਦੀ ਦੁਨੀਆ ਵਿੱਚ ਵਾਪਰ ਰਿਹਾ। ਜਦੋਂ ਦੀ ਮੇਰੀ ਕੁੱਖ ਅੰਦਰ ਇੱਕ ਕਰੁੰਬਲ ਫੁੱਟੀ ਹੈ, ਤੁਸੀਂ ਸੋਚ ਵੀ ਨਹੀਂ ਸਕਦੇ ਮੈਨੂੰ ਕਿੰਨਾ ਚੰਗਾ ਲੱਗ ਰਿਹਾ ਹੈ। ਮੈਨੂੰ ਲੱਗਦਾ ਮੈਂ ਇੱਕ ਹੋਰ ਸਿਰਜਣਾ, ਇੱਕ ਹੋਰ ਉਸਾਰੀ ਕਰਨ ਜਾ ਰਹੀ ਹਾਂ, ਕੁਛ ਬਣਾਉਣ ਜਾ ਰਹੀ ਹਾਂ। ਮੈਨੂੰ ਆਪਣੇ ਔਰਤ ਹੋਣ ਦੇ ਅਰਥ ਮਹਿਸੂਸ ਹੋ ਰਹੇ ਨੇ। ਆਵਾਜ਼ ਆਉਂਦੀ ਹੈ, ਲੋ ਹੋ ਗਈ ਸ਼ੁਰੂ ਇਹੀ ਕਵਿਤਾ। ਗੱਲ ਤਾਂ ਸਿਰਫ ਇੰਨੀ ਕੁ ਹੈ ਕਿ ਸਿਰਜਣਾ ਤੈਨੂੰ ਆਦਤ ਹੈ ਹਰ ਗੱਲ ਨੂੰ ਮਨ ਤੇ ਲਾਉਣ ਦੀ, ਇਸ ਕਰਕੇ ਤੂੰ ਇੱਕ ਨਿੱਕੀ ਛੋਟੀ ਗੱਲ ਨੂੰ ਵੀ ਮਨ ਤੇ ਲਾ ਕੇ ਬੈਠ ਗਈ ਹੈ। ਪਰ ਕਿਸੇ ਕੋਲੋਂ ਦੁਨੀਆ ਵਿੱਚ ਆਉਣ ਦਾ ਹੱਕ ਖੋਹ ਲੈਣਾ ਸਿਰਫ ਇਸ ਕਰਕੇ ਕਿ ਉਹ ਲੜਕੀ ਹੈ, ਇਹ ਕੋਈ ਨਿੱਕੀ ਗੱਲ ਤਾਂ ਨਹੀਂ ਦੀਪ। ਫਿਰ ਦੀਪ ਦੀ ਆਵਾਜ਼ ਆਉਂਦੀ ਹੈ, ਪਰ ਸਾਡੇ ਇੱਕ ਲੜਕੀ ਪਹਿਲਾਂ ਹੀ ਹੈ ਸਿਰਜਣਾ, ਬੀਜੀ ਦੀ ਟੈਨਸ਼ਨ ਬਿਲਕੁਲ ਜਾਇਜ਼ ਹੈ। ਇੰਨੀ ਜਾਇਦਾਦ ਹੈ, ਕੌਣ ਸਾਂਭੇਗਾ ਮੁੜ ਕੇ ਇਸ ਨੂੰ? ਤੈਨੂੰ ਪਤਾ ਹੈ ਸਿਰਜਣਾ ਕਿ ਇਹ ਠੀਕ ਨਹੀਂ ਹੈ, ਪਰ ਪ੍ਰੋਪਰਟੀ ਕਲਚਰ ਹੈ, ਇਸ ਵਿੱਚ ਇੰਝ ਹੀ ਹੁੰਦਾ ਹੈ। ਜੋ ਬੀਜੀ ਜਿਵੇਂ ਬੀਜੀ ਕਹਿੰਦੇ ਨੇ ਤੂੰ ਉਵੇਂ ਕਰ ਲੈ। ਮੇਰੇ ਦਫ਼ਤਰ ਵਿੱਚ ਬਹੁਤ ਜ਼ਰੂਰੀ ਮੀਟਿੰਗ ਚੱਲ ਰਹੀ ਹੈ, ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਫੋਨ ਕੱਟ ਦਿੰਦਾ ਹੈ। ਸਿਰਜਣਾ ਬੁਰੀ ਤਰ੍ਹਾਂ ਨਿਰਾਸ਼ ਹੋ ਜਾਂਦੀ ਹੈ। ਮਾਸੀ ਆਉਂਦੀ ਹੈ ਤੇ ਸਿਰਜਣਾ ਦੀਆਂ ਗੱਲਾਂ ਉਸਨੇ ਸੁਣ ਲਈਆਂ ਸਨ। ਮਾਸੀ ਥੋੜੀ ਜਿਹੀ ਉਦਾਸੀ ਨਾਲ, ਰਤਾ ਮਤਲਬ ਥੋੜੀ ਜਿਹੀ ਉਦਾਸੀ ਨਾਲ ਕਹਿੰਦੀ ਹੈ, ਆਹੀ ਗੱਲ ਨਹੀਂ ਪਸੰਦ ਬੀਬੀ ਰਾਣੀਏ, ਸਾਡੇ ਵੇਲੇ ਚੰਗੇ ਸਨ, ਆਹ ਨਾ ਮੁਰਾਦ ਮਸ਼ੀਨਾਂ ਤਾਂ ਨਹੀਂ ਸਨ। ਲੋਕ ਭਾਵੇਂ ਔਖੇ ਹੋ ਕੇ ਭਾਵੇਂ ਸੌਖੇ ਹੋ ਕੇ ਪਾਲ ਤਾਂ ਲੈਂਦੇ ਸਨ ਧੀਆਂ ਨੂੰ, ਭਾਵੇਂ 3 ਹੁੰਦੀਆਂ ਭਾਵੇਂ 5।
ਹੁਣ ਤਾਂ ਇੱਕ ਧੀ ਤੋਂ ਬਾਅਦ ਦੂਜੀ ਭਾਰ ਲੱਗਣ ਲੱਗ ਪੈਂਦੀ ਹੈ। ਹਮਦਰਦੀ ਪਰ ਹੈਰਾਨੀ 'ਚ ਸਿਰਜਣਾ ਕੋਲ ਆਉਂਦੀ ਹੈ। ਤੇਰਾ ਘਰ ਵਾਲਾ ਹੀ ਏਦਾਂ ਕਹਿੰਦਾ ਹੁਣ ਚੱਲ ਫਿਰ, ਤੂੰ ਕਾਹਨੂੰ ਮਨ ਤੇ ਬੋਝ ਰੱਖਦੀ ਹੈ। ਜੇ ਉਹ ਨਹੀਂ ਸੋਚਦਾ। ਸਿਰਜਣਾ, ਮੈਂ ਕਿਉਂ ਨਾ ਸੋਚਾਂ ਮਾਸੀ, ਮੇਰੇ ਸੀਨੇ ਤੇ ਦਿਲ ਧੜਕਦਾ ਹੈ, ਜਿਸ ਵਿੱਚੋਂ ਇੱਕ ਨਹੀਂ ਦੋ ਆਵਾਜ਼ਾਂ ਸੁਣਦੀਆਂ ਮੈਨੂੰ। ਮੇਰੀ ਹੀ ਜ਼ੁਬਾਨ ਆਵਾਜ਼ਾਂ ਮਾਰਦੀ ਹੈ ਮੈਨੂੰ। ਅੰਦਰੋਂ ਅੰਦਰੀ ਕੋਈ ਛੂੰਹਦਾ ਹੈ ਨਿੱਕੇ ਨਿੱਕੇ ਹੱਥਾਂ ਨਾਲ ਮੈਨੂੰ। ਮਾਸੀ, ਸਿਰਫ ਕੁਝ ਮਿੰਟਾਂ ਦੀ ਗੱਲ ਹੈ ਧੀਏ, ਫਿਰ ਸਭ ਕੁਝ ਠੀਕ ਹੋ ਜਾਏਗਾ। ਸਿਰਜਣਾ ਉੱਚੀ ਉੱਚੀ ਰੋਂਦੀ ਹੈ। ਰੋਣ ਦੀ ਆਵਾਜ਼ ਸੁਣ ਕੇ ਡਾਕਟਰ ਤੇ ਦੋਵੇਂ ਨਰਸਾਂ ਵੀ ਦੌੜੀਆਂ ਆਉਂਦੀਆਂ ਨੇ। ਕੀ ਹੋਇਆ, ਕੀ ਹੋਇਆ? ਸਿਰਜਣਾ, ਨਹੀਂ ਹੋਣਾ ਡਾਕਟਰ ਸਾਹਿਬ, ਮੈਥੋਂ ਇਹ ਨਹੀਂ ਹੋਣਾ। ਸਿਰਜਣਾ, ਫਿਰ ਡਾਕਟਰ ਕਹਿੰਦੀ ਹੈ, ਨਹੀਂ ਹੋਣਾ ਦਾ ਕੀ ਮਤਲਬ ਹੈ? ਅਜਿਹਾ ਕੁਝ ਇੱਥੇ ਹੁੰਦਾ ਹੀ ਨਹੀਂ। ਬੀਜੀ, ਹੋਏਗਾ ਕਿਵੇਂ ਨਹੀਂ ਡਾਕਟਰ ਸਾਹਿਬ, ਜ਼ਰੂਰ ਹੋਏਗਾ। ਡਾਕਟਰ, ਤੁਹਾਨੂੰ ਕਿਹਾ ਨਾ ਮੈਂ ਅਜਿਹਾ ਨਹੀਂ ਕਰਦੀ। ਬੀਜੀ ਕਹਿੰਦੇ, ਡਾਕਟਰ ਸਾਹਿਬ ਸਾਡੀ ਵੀ ਲੋੜ ਹੈ ਕੋਈ। ਮਾਸੀ, ਲੋੜ ਤਾਂ ਉਸ ਦੀ ਵੀ ਹੈ। ਬੀਜੀ, ਠੀਕ ਹੈ ਫਿਰ ਤੁਸੀਂ ਤੁਰ ਜੇ ਪਿਓ ਦੇ ਘਰ ਤੇ ਪੁਗਾ ਲੈ ਲੋੜ ਜਿੰਨੇ ਵਾਰੀ ਜੀ ਕਰਦੇ ਹੈ। ਸਾਡੇ ਘਰ ਤਾਂ ਸਾਡੀ ਲੋੜ ਹੀ ਪੁੱਗੇਗੀ। ਫਿਰ ਸਿਰਜਣਾ ਕਹਿੰਦੀ ਹੈ ਕਿ ਤੁਹਾਡੇ ਘਰ ਵਿੱਚ ਮੈਂ ਵੀ ਸ਼ਾਮਿਲ ਹਾਂ ਬੀਜੀ। ਬੀਜੀ, ਕਿਉਂ, ਤੂੰ ਕਾਹਤੋਂ ਸ਼ਾਮਿਲ ਹੈ? ਕੀ ਲੈ ਕੇ ਆਈ ਸੀ ਤੂੰ? ਟੁੱਟਾ ਭੱਜਾ ਦਾਜ। ਤੇ ਜੇ ਤੂੰ ਆਪਣੀ ਤਨਖਾਹ ਦਾ ਗੁਮਾਨ ਕਰਦੀ ਹੈ ਤਾਂ ਦੱਸਾਂ, ਉਸ ਦੇ ਨਾਲ ਤਾਂ ਘਰਾਂ ਦੇ ਨੌਕਰਾਂ ਤੇ ਡਰਾਈਵਰ ਦਾ ਖਰਚਾ ਵੀ ਨਹੀਂ ਨਿਕਲਦਾ। ਸਿਰਜਣਾ, ਉਸ ਘਰ ਵਿੱਚ ਮੈਂ ਆਪਣੇ ਆਪ ਨੂੰ ਲੈ ਕੇ ਆਈ ਸੀ ਬੀਜੀ, ਪੂਰੇ ਤਨ ਪੂਰੇ ਮਨ ਨਾਲ। ਕੀ ਹੋਇਆ, ਮੇਰਾ ਕੋਈ ਮੁੱਲ ਨਹੀਂ? ਕੋਈ ਮੁੱਲ ਨਹੀਂ ਮੇਰੇ ਤਨ ਦਾ, ਮੇਰੇ ਮਨ ਦਾ, ਮੇਰੀ ਹੋਂਦ ਦਾ? ਤਾਂ ਬੀਜੀ ਕਹਿੰਦੀ ਹੈ, 3600 ਮਿਲਦੀਆਂ ਤੇਰੇ ਵਰਗੀਆਂ ਨਾਲ ਮੋਟਰ ਕਾਰਾਂ ਦੇ, ਤੇ ਹੁਣ ਵੀ ਮਿਲ ਜਾਣਗੀਆਂ ਜੇ ਲੋੜ ਪਈ ਤਾਂ। ਹੁਣ ਤੂੰ ਬਹੁਤ ਤਮਾਸ਼ਾ ਜਿਹਾ ਨਾ ਕਰ ਤੇ ਵਿਖਾ ਲੋਕਾਂ ਨੂੰ। ਮੈਂ ਜੇ ਜੰਮਣੀ ਹੈ ਇਹ ਤਾਂ ਤੁਰ ਜਾ ਆਪਣੇ ਪਿਓ ਦੇ ਘਰ, ਤੇ ਜੇ ਰਹਿਣਾ ਮੇਰੇ ਘਰ ਤਾਂ ਉਂਝ ਹੀ ਕਰ ਲੈ ਜਿਵੇਂ ਮੈਂ ਕਹਿੰਦੀ ਹਾਂ। ਹੁਣ ਸਿਰਜਣਾ ਆਪਣੇ ਆਪ ਨੂੰ ਸੰਭਾਲਦੀ ਹੈ ਤੇ ਉਹ ਜ਼ੁਲਮ ਸਹਿਣਾ ਉਸ ਲਈ ਸੰਭਵ ਨਹੀਂ ਸੀ। ਸਿਰਜਣਾ ਪੂਰੇ ਹੌਸਲੇ ਤੇ ਮਾਣ ਨਾਲ, ਨਹੀਂ। ਬੀਜੀ ਅੱਗ ਬਬੂਲ ਹੋ ਕੇ, ਕੀ? ਸਿਰਜਣਾ ਕਹਿੰਦੀ, ਹਾਂ ਬੀਜੀ, ਜੇ ਤੁਹਾਡੇ ਪ੍ਰੋਪਰਟੀ ਕਲਚਰ ਵਿੱਚ ਮੁੱਲ ਸਿਰਫ ਔਰਤ ਦੀ ਕੁੱਖ ਨੂੰ ਲੱਗਣ ਵਾਲੇ ਫਲ ਦਾ ਹੀ ਹੈ ਤਾਂ ਮੈਂ ਤੁਹਾਨੂੰ ਕਿਸੇ ਵੀ ਕੀਮਤ ਤੇ ਆਪਣੀ ਕੁੱਖ ਕਿਰਾਏ ਤੇ ਦੇਣ ਲਈ ਤਿਆਰ ਨਹੀਂ। ਨਾਲੇ ਤੁਸੀਂ ਸੁਣਿਆ ਨਹੀਂ, ਡਾਕਟਰ ਸਾਹਿਬ ਕਹਿ ਰਹੇ ਨੇ ਕਿ ਇੱਥੇ ਲਿੰਗ ਟੈਸਟ ਨਹੀਂ ਹੁੰਦਾ। ਤੁਸੀਂ ਫਿਰ ਵੀ ਪੂਰੇ ਸਵੈ ਵਿਸ਼ਵਾਸ ਨਾਲ। ਤੁਹਾਨੂੰ ਲੱਗਦਾ ਬੀਜੀ ਮੇਰੀ ਹੋਂਦ ਦਾ ਕੋਈ ਮੁੱਲ ਨਹੀਂ? ਪਰ ਹੈ ਬੀਜੀ, ਘੱਟੋ ਘੱਟ ਮੇਰੀ ਨਜ਼ਰਾਂ ਵਿੱਚ ਤੇ ਆਪਣੇ ਹੱਥੀਂ ਆਪਣੀ ਅਣਜੰਮੀ, ਮਤਲਬ ਅਜੇ ਜਿਹੜੀ ਧੀ ਹੋਈ ਵੀ ਨਹੀਂ, ਨੂੰ ਮਾਰ ਕੇ ਆਪਣੀ ਨਜ਼ਰਾਂ ਵਿੱਚੋਂ ਆਪਣਾ ਹੀ ਮੁੱਲ ਘਟਾਉਣਾ ਨਹੀਂ ਚਾਹੁੰਦੀ ਬੀਜੀ ਮੈਂ। ਜਾਓ ਬੀਜੀ, ਤੁਹਾਡਾ ਘਰ ਛੱਡਿਆ। ਇਸ ਕਾਬਲ ਹਾਂ ਕਿ ਮੈਂ ਪਾਲ ਸਕਾਂ ਆਪਣੇ ਆਪ ਨੂੰ ਵੀ ਤੇ ਆਪਣੀ ਦੋ ਧੀਆਂ ਨੂੰ ਵੀ। ਬੀਜੀ ਹੋਰ ਅੱਗ ਬਬੂਲਾ ਹੋ ਜਾਂਦੀ ਹੈ। ਮਾਸੀ ਘਬਰਾ ਕੇ, ਇਹ ਤੂੰ ਕੀ ਕਰਦੀ ਹੈ ਬੀਬੀਏ? ਇਹ ਘਰ ਪਰਿਵਾਰ ਤੋਂ ਬਾਹਰ ਹੋ ਕੇ ਸਮੱਸਿਆ ਦਾ ਹੱਲ ਹੋ ਜੂ ਭਲਾ? ਸਿਰਜਣਾ, ਘਰ ਪਰਿਵਾਰ ਦੇ ਨਾਲ ਰਹਿ ਕੇ ਵੀ ਤਾਂ ਇਹ ਸਮੱਸਿਆ ਦਾ ਹੱਲ ਨਹੀਂ ਹੁੰਦਾ ਮਾਸੀ। ਡਾਕਟਰ, ਇਸ ਲਈ ਮਿਸਿਸ ਸਿਰਜਣਾ, ਕਿਉਂਕਿ ਇਹ ਸਮੱਸਿਆ ਸਿਰਫ ਤੁਹਾਡੀ ਨਹੀਂ ਪੂਰੀ ਸੁਸਾਇਟੀ ਦੀ ਹੈ। ਆਪਾਂ ਇਕੱਲੇ ਸੁਸਾਇਟੀ ਨੂੰ ਨਹੀਂ ਬਦਲ ਸਕਦੇ, ਹੋਰਾਂ ਨੂੰ ਵੀ ਆਪਾਂ ਵਾਂਗੂ ਹੀ ਸੋਚਣਾ ਚਾਹੀਦਾ ਹੈ। ਸੋਚਣਾ ਤਾਂ ਚਾਹੀਦਾ ਹੈ। ਸਿਰਜਣਾ, ਕੁਝ ਵੀ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਡਾਕਟਰ ਸਾਹਿਬ, ਮੈਂ ਤਾਂ ਸਗੋਂ ਆਪਣੇ ਆਪ ਨੂੰ ਬਦਲੇ ਜਾਣ ਤੋਂ ਬਚਾ ਰਹੀ ਹਾਂ। ਮੈਂ ਮਾਂ ਹਾਂ, ਮੇਰਾ ਕਰਮ ਹੈ ਉਸ ਦੀ ਸਿਰਜਣਾ, ਤੇ ਮੈਂ ਕਿਵੇਂ ਆਪਣੇ ਹੱਥੀਂ ਆਪਣੀ ਹੀ ਸਿਰਜਣਾ ਦਾ ਕਤਲ ਕਰਕੇ ਮੈਂ ਮਾਂ ਤੋਂ ਡੈਣ ਬਣ ਜਾਵਾਂ? ਬੀਜੀ, ਇਕੱਲੀ ਰਹਿ ਜਾਏਗੀ, ਇਕੱਲੀ। ਸਿਰਜਣਾ, ਇਕੱਲੀ ਤਾਂ ਮੈਂ ਸੀ ਬੀਜੀ ਹੁਣ ਤੱਕ। ਹੁਣ ਤਾਂ ਮੇਰੇ ਨਾਲ ਮੈਂ ਹਾਂ। ਆਪਣੀ ਕੁੱਖ ਦੇ ਹੱਥ ਰੱਖ ਕੇ ਬੋਲਦੀ, ਮੇਰੀ ਸਿਰਜਣਾ, ਤੁਸੀਂ ਦੇਖਣਾ ਇੱਕ ਦਿਨ ਇਹ ਸਿਰਜਣਾ ਇੱਕ ਰੁੱਖ ਬਣ ਕੇ ਇਸ ਧਰਤੀ ਉੱਤੇ ਪੁੰਗਰੇਗੀ, ਮੋਲੇਗੀ ਤੇ ਅਸਮਾਨ ਤੱਕ ਉੱਚਾ ਉੱਠੇਗੀ। ਫਿਰ ਲੋਕ ਸਿਰਜਣਾਵਾਂ ਕਰਕੇ ਸ਼ਰਮਿੰਦਾ ਨਹੀਂ ਹੋਣਗੇ, ਸਗੋਂ ਉਹਨਾਂ ਤੇ ਮਾਣ ਮਹਿਸੂਸ ਕਰਨਗੇ। ਫਿਰ ਕਦੇ ਕੋਈ ਸਿਰਜਣਾ ਕੁੱਖ ਵਿੱਚ ਕਤਲ ਨਹੀਂ ਹੋਵੇਗੀ।
ਇੱਕ ਪਲ ਲਈ ਹਰ ਕੋਈ ਖਾਮੋਸ਼ ਹੋ ਜਾਂਦਾ ਹੈ, ਹਰ ਕੋਈ ਉਦਾਸ। ਸਿਰਜਣਾ ਆਪਣਾ ਬੈਗ ਚੁੱਕ ਕੇ ਜਾਣ ਲਈ ਦਰਵਾਜ਼ਾ ਖੋਲ੍ਹਦੀ ਹੈ ਤੇ ਸਾਹਮਣੇ ਕੁਲਦੀਪ ਖੜਾ ਸੀ। ਉਸ ਦੇ ਚਿਹਰੇ 'ਤੇ ਮੁਸਕਾਨ ਸੀ। ਬੀਜੀ ਖੁਸ਼ ਹੋ ਕੇ, ਦੀਪੇ ਤੂੰ ਆ ਵੇਖ ਲੈ ਪੁੱਤ, ਕੀ ਤਮਾਸ਼ਾ ਕਰੀ ਜਾਂਦੀ ਹੈ ਲੋਕਾਂ ਸਾਹਮਣੇ। ਉਹ ਜਲੂਸ ਕੱਢਿਆ ਜਿਸਨੇ, ਮੇਰਾ ਕੀ ਦੱਸ ਨਹੀਂ ਸਕਦੀ ਤੈਨੂੰ। ਸਿਰਜਣਾ, ਸੌਰੀ ਦੀਪ, ਮੈਂ ਆਵਾਜ਼ ਕਿਉਂ ਸੌਰੀ ਫੀਲ ਕਰਦੀ ਹੈ ਸਿਰਜਣ? ਸੌਰੀ ਤਾਂ ਮੈਨੂੰ ਮਹਿਸੂਸ ਕਰਨੀ ਚਾਹੀਦੀ ਹੈ। ਜੋ ਫੈਸਲਾ ਮੈਨੂੰ ਕਰਨਾ ਚਾਹੀਦਾ ਸੀ ਉਹ ਤੈਨੂੰ ਕਰਨਾ ਪਿਆ। ਸਿਰਜਣਾ, ਜਿਵੇਂ ਵਿਸ਼ਵਾਸ ਨਾ ਹੋ ਰਿਹਾ। ਯਾਨੀ ਕਿ ਦੀਪ? ਆਵਾਜ਼, ਹਾਂ ਸਿਰਜਣ, ਤੂੰ ਜੋ ਕੀਤਾ ਬਿਲਕੁਲ ਠੀਕ ਕੀਤਾ ਹੈ। ਜੇ ਤੂੰ ਵੀ ਉਹ ਕਰ ਲੈਂਦੀ ਜੋ ਸਾਰੇ ਕਰਦੇ ਨੇ ਤਾਂ ਫਿਰ ਤੂੰ ਵੀ ਇੱਕ ਆਮ ਔਰਤ ਹੁੰਦੀ। ਮੈਨੂੰ ਖੁਸ਼ੀ ਹੈ ਮੇਰੀ ਜੀਵਨ ਸਾਥਣ ਕੋਈ ਆਮ ਔਰਤ ਨਹੀਂ। ਸਿਰਜਣ, ਹੁਣ ਖੁਸ਼ੀ ਭਰੇ ਹੰਝੂਆਂ ਨਾਲ, ਉਹ ਦੀਪ। ਬੀਜੀ ਕੜਕ ਕੇ, ਦੀਪੇ ਆ ਕੀ ਕਹਿ ਰਿਹਾ ਤੂੰ? ਆਵਾਜ਼, ਇਹੀ ਬੀਜੀ ਕਿ ਸਿਰਜਣਾ ਸਕੈਨਿੰਗ ਨਹੀਂ ਕਰਾਏਗੀ। ਉਹ ਜੋ ਵੀ ਹੈ ਅਸੀਂ ਰੱਖਣ ਜਾ ਰਹੇ ਹਾਂ ਉਸਨੂੰ। ਬੀਜੀ, ਅਸੀਂ ਰੱਖਣ ਜਾ ਰਹੇ ਹਾਂ। ਬੀਜੀ, ਪਰ ਪੁੱਤ ਪੂਰੇ 40 ਕਿੱਲੇ ਪੈਲੀ ਹੈ। ਆਵਾਜ਼, ਇਹ ਕੁਲਦੀਪ ਦੀ ਆਵਾਜ਼ ਹੈ, ਕਿੱਲੇ ਵੀ ਸਾਂਭੇ ਜਾਣਗੇ, ਸਾਨੂੰ ਕੋਈ ਫਰਕ ਨਹੀਂ ਬੀਜੀ। ਦੀਪ ਤੇ ਸਿਰਜਣਾ ਕਲੀਨਿਕ ਤੋਂ ਬਾਹਰ ਨਿਕਲਦੇ ਹਨ। ਬੀਜੀ ਦੇਖਦੇ ਰਹਿ ਜਾਂਦੇ ਹਨ। ਮਾਸੀ ਬਹੁਤ ਖੁਸ਼ ਹੈ। ਡਾਕਟਰ ਨੂੰ ਬਾਹਰੋਂ ਠੰਡੀ ਹਵਾ ਆਉਂਦੀ ਮਹਿਸੂਸ ਹੁੰਦੀ ਹੈ। ਇਸ ਦੇ ਨਾਲ ਹੀ ਸਾਡਾ ਇਹ ਪਾਠ ਪੂਰਾ ਹੁੰਦਾ ਹੈ ਤੇ ਪਾਠ ਦਾ ਮੰਤਵ ਵੀ ਪੂਰਾ ਹੁੰਦਾ ਹੈ। ਹੁਣ ਅਸੀਂ ਵੇਖਦੇ ਹਾਂ ਔਖੇ ਸ਼ਬਦਾਂ ਦੇ ਅਰਥ। ਕਲੀਨਿਕ ਦਵਾਖਾਨਾ, ਸੈਲਰ ਜੀਰੀ ਚਾਵਲ ਤੋਂ ਫੱਕ ਕਰਨ ਦੀ ਮਸ਼ੀਨ, ਰਸਾਇਣਸ਼ਾਲਾ ਪ੍ਰਯੋਗਸ਼ਾਲਾ, ਸਕੈਨਿੰਗ ਮਤਲਬ ਬਰੀਕ ਜਾਂਚ ਜਾਂ ਪ੍ਰੀਖਣ, ਪ੍ਰੋਪਰਟੀ ਜਾਇਦਾਦ, ਸੁਸਾਇਟੀ ਸਮਾਜ, ਪ੍ਰੋਫੈਸ਼ਨ ਮਤਲਬ ਕੰਮਕਾਰ ਰੁਜ਼ਗਾਰ, ਪੇਸ਼ੈਂਟ ਮਰੀਜ਼, ਟੈਂਸ਼ਨ ਮਤਲਬ ਤਣਾਅ, ਖਿਚਾਵ, ਕਲਚਰ ਮਤਲਬ ਸੰਸਕ੍ਰਿਤੀ। ਉਸ ਤੋਂ ਬਾਅਦ ਜਿਹੜੇ ਇਹ ਇਕਾਂਗੀ ਸੀ ਇਸ ਵਿੱਚ ਕੁਝ ਲਾਈਨਾਂ, ਕੁਝ ਪੈਰੇ ਸਾਨੂੰ ਦਿੱਤੇ ਗਏ ਹਨ ਜਿੱਥੇ ਪ੍ਰਸ਼ਨਾਂ ਦੇ ਪੈਰੇ ਵਿੱਚੋਂ ਹੀ ਪ੍ਰਸ਼ਨ ਪੁੱਛੇ ਗਏ ਹਨ ਤੇ ਅਸੀਂ ਉੱਤਰ ਦੇਣੇ ਹਨ ਜਿਸ ਆਧਾਰ 'ਤੇ ਅਸੀਂ ਇਕਾਂਗੀ ਪੜ੍ਹੀ ਹੈ। 40 ਕਿੱਲੇ ਪੈਲੀ ਹੈ ਤੇ ਸੈਲਰ, ਜਾਨ ਮਾਰ ਕੇ ਬਚਾਇਆ ਸ਼ਰੀਕਾਂ ਤੋਂ ਹੁਣ ਤੱਕ। ਇਸ ਨੂੰ ਸੰਭਾਲਣ ਵਾਲਾ ਚਾਹੀਦਾ ਮੈਨੂੰ। ਨਾਲੇ ਅੱਗੇ ਬੈਠੀ ਨੀ ਛਾਤੀ ਤੇ ਇੱਕ ਹੋਰ, ਦਾਜ ਵਿੱਚ ਨਹੀਂ ਦੇਣੇ ਤੇਰੀ ਧੀਆਂ ਦੇ ਮੈਂ, ਸਮਝੀ ਨਾ? ਇਹ ਸ਼ਬਦ ਕਿਸ ਨੇ ਕਹੇ? ਬੀਜੀ ਨੇ ਕਹੇ। ਕਿਸ ਨੂੰ ਕਹੇ? ਆਪਣੀ ਨੂੰਹ ਸਿਰਜਣਾ ਨੂੰ। ਇਸ ਵਾਰਤਾਲਾਪ ਅਨੁਸਾਰ ਸੱਸ ਕਿੰਨੀ ਜਾਇਦਾਦ ਦੀ ਮਾਲਕ ਹੈ? 40 ਕਿੱਲੇ ਜ਼ਮੀਨ ਤੇ ਇੱਕ ਸੈਲਰ ਦੀ। ਸੱਸ ਆਪਣੀ ਨੂੰਹ ਤੋਂ ਕਿਸ ਗੱਲ ਦੀ ਮੰਗ ਕਰਦੀ ਹੈ? ਪੁੱਤਰ ਦੀ, ਜੋ ਇਸ ਜਾਇਦਾਦ ਨੂੰ ਸੰਭਾਲ ਸਕੇ। ਅਗਲਾ ਪੈਰਾ ਹੈ, ਉਹ ਤੂੰ ਇੰਨੀ ਕੁ ਗੱਲ ਲਈ ਮੈਨੂੰ ਫੋਨ ਕਰਤਾ? ਤੈਨੂੰ ਪਤਾ ਹੈ ਆਫਿਸ ਵਿੱਚ ਕਿੰਨੀ ਜ਼ਰੂਰੀ ਮੀਟਿੰਗ ਚੱਲ ਰਹੀ ਹੈ। ਨਾਲੇ ਜੇ ਬੀਜੀ ਕਹਿ ਰਹੇ ਤਾਂ ਠੀਕ ਹੀ ਕਹਿ ਰਹੇ ਹੋਣਗੇ। ਤੂੰ ਕਰ ਲੈ ਜਿਵੇਂ ਉਹ ਕਹਿੰਦੇ ਨੇ, ਮੈਂ ਬਿਜ਼ੀ ਹਾਂ ਇਸ ਵੇਲੇ। ਇਹ ਸ਼ਬਦ ਕਿਸ ਨੇ ਕਹੇ? ਕੁਲਦੀਪ ਨੇ। ਕਿਸ ਨੂੰ? ਸਿਰਜਣਾ ਨੂੰ ਫੋਨ ਤੇ। ਕੁਲਦੀਪ ਆਪਣੀ ਪਤਨੀ ਸਿਰਜਣਾ ਵੱਲੋਂ ਆਏ ਫੋਨ ਤੋਂ ਕਿਉਂ ਨਾਰਾਜ਼ ਹੋ ਗਿਆ? ਕਿਉਂਕਿ ਉਹ ਇਸ ਸਮੇਂ ਮੀਟਿੰਗ ਵਿੱਚ ਸੀ। ਕੁਲਦੀਪ ਆਪਣੀ ਪਤਨੀ ਨੂੰ ਬੀਜੀ ਦੀ ਕਿਹੜੀ ਗੱਲ ਮੰਨਣ ਲਈ ਆਖਦਾ ਹੈ ਕਿ ਉਹ ਬੀਜੀ ਦੇ ਕਹੇ ਅਨੁਸਾਰ ਸਕੈਨਿੰਗ ਕਰਵਾ ਲੇ। ਜੇ ਪਤਾ ਲੱਗੇ ਕੁੜੀ ਹੈ ਤਾਂ ਗਰਭਪਾਤ ਕਰਵਾ ਦੇ। ਉਸ ਤੋਂ ਬਾਅਦ ਹੈ, ਇਕੱਲੀ ਤਾਂ ਮੈਂ ਸੀ ਬੀਜੀ ਹੁਣ ਤੱਕ। ਹੁਣ ਤਾਂ ਮੈਂ ਮੇਰੇ ਨਾਲ ਹਾਂ। ਮੇਰੀ ਕੁੱਖ 'ਤੇ ਹੱਥ ਰੱਖ ਕੇ, ਆਪਣੀ ਕੁੱਖ 'ਤੇ ਹੱਥ ਰੱਖ ਕੇ ਕਹਿੰਦੀ, ਮੇਰੀ ਸਿਰਜਣਾ ਵੀ ਮੇਰੇ ਨਾਲ ਹੈ। ਤੁਸੀਂ ਦੇਖਣਾ ਇੱਕ ਦਿਨ ਸਿਰਜਣਾ ਇੱਕ ਰੁੱਖ ਬਣ ਕੇ ਇਸ ਧਰਤੀ ਉੱਤੇ ਪੁੰਗਰੇਗੀ, ਮੋਲੇਗੀ ਤੇ ਅਸਮਾਨ ਵਿੱਚ ਉੱਚਾ ਉੱਠੇਗੀ। ਫਿਰ ਲੋਕ ਸਿਰਜਣਾਵਾਂ ਕਰਕੇ ਸ਼ਰਮਿੰਦਾ ਨਹੀਂ ਹੋਣਗੇ, ਸਗੋਂ ਮਾਣ ਮਹਿਸੂਸ ਕਰਨਗੇ। ਫਿਰ ਕੋਈ ਸਿਰਜਣਾ ਕੁੱਖ ਵਿੱਚ ਕਤਲ ਨਹੀਂ ਹੋਵੇਗੀ। ਇਹ ਸ਼ਬਦ ਕਿਸ ਨੇ ਕਹੇ? ਸਿਰਜਣਾ ਨੇ। ਕਿਸ ਨੂੰ? ਬੀਜੀ ਨੂੰ। ਇਸ ਵਾਰਤਾਲਾਪ ਵਿੱਚ ਸਿਰਜਣਾ ਸ਼ਬਦ ਕਿਉਂ ਵਰਤਿਆ? ਸਿਰਜਣਾ ਨੇ ਉਸ ਦੇ ਪੇਟ ਵਿੱਚ ਪਲ ਰਹੀ ਲੜਕੀ ਬਾਰੇ ਸਿਰਜਣਾ ਸ਼ਬਦ ਪ੍ਰਯੋਗ ਕੀਤਾ। ਇਸ ਵਾਰਤਾਲਾਪ ਵਿੱਚ ਸਿਰਜਣਾ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੁੰਦੀ ਹੈ? ਸਿਰਜਣਾ ਸਮਾਜ ਨੂੰ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਭਰੂਣ ਹੱਤਿਆ ਕਰਕੇ ਕੁੜੀਆਂ ਨੂੰ ਨਾ ਮਾਰਨ, ਕਿਉਂਕਿ ਸਹੀ ਪਾਲਣਾ ਕਰਕੇ ਕੁੜੀਆਂ ਵੀ ਮਾਪਿਆਂ ਲਈ ਬਹੁਤ ਹੀ ਮਾਣਯੋਗ ਹੁੰਦੀਆਂ ਹਨ। ਉਸ ਤੋਂ ਬਾਅਦ ਅਸੀਂ ਦੋ ਪਾਤਰ ਉਸਾਰੀ ਕਰਾਂਗੇ। ਇੱਕ ਤਾਂ ਹੈ ਬੀਜੀ ਦਾ, ਜੋ ਕਿ ਬਹੁਤ ਇੰਪੋਰਟੈਂਟ ਹੈ। ਦੂਜਾ ਅਸੀਂ ਕਰਾਂਗੇ ਇੱਥੇ ਸਿਰਜਣਾ ਦਾ। ਬੀਜੀ ਬਾਰੇ ਜਿਹੜੀ 4-5 ਲਾਈਨਾਂ ਸੀ ਮੇਨ ਨੇ। ਬੀਜੀ ਸਿਰਜਣਾ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਇੱਕ ਦੁਸ਼ਟ ਪਾਤਰ ਦਾ ਦਰਜਾ ਉਸਨੂੰ ਦਿੱਤਾ ਗਿਆ ਹੈ। ਉਹ 40 ਕਿੱਲੇ ਤੇ ਇੱਕ ਸੈਲਰ ਦੀ ਮਾਲਕ ਹੈ। ਉਹ ਆਪਣੇ ਪੁੱਤਰ ਕੁਲਦੀਪ ਦੀ ਵਹੁਟੀ ਦੇ ਦੂਜੇ ਬੱਚੇ ਦੇ ਭਰੂਣ ਨੂੰ ਅਲਟਰਾਸਾਊਂਡ ਰਾਹੀਂ ਜਾਂਚ ਕਰਾ ਕੇ
ਚੈੱਕ ਕਰਾਉਣਾ ਚਾਹੁੰਦੀ ਹੈ। ਜੇ ਇੱਕ ਕੁੜੀ ਹੋਵੇ ਤਾਂ ਗਰਭਪਾਤ ਕਰਾ ਦੇਣਾ ਚਾਹੁੰਦੀ ਹੈ। ਪਰ ਸਿਰਜਣਾ ਦੇ ਦ੍ਰਿੜ ਇਰਾਦੇ ਅੱਗੇ ਉਸਦੀ ਪੇਸ਼ ਨਹੀਂ ਚੱਲਦੀ। ਇਸ ਪ੍ਰਕਾਰ ਬੀਜੀ ਇੱਕ ਪਦਾਰਥਵਾਦੀ ਸੰਵੇਦਨਾ ਰਹਿਤ ਮਤਲਬ ਕੋਈ ਉਸ 'ਚ ਇਮੋਸ਼ਨਸ ਨਹੀਂ ਨੇ ਤੇ ਇਨਸਾਨੀਅਤਹੀਨ ਇਸਤਰੀ ਹੈ। ਅਗਲਾ ਹੈ ਸਿਰਜਣਾ। ਸਿਰਜਣਾ ਇਕਾਂਗੀ ਦੀ ਮੁੱਖ ਪਾਤਰ ਹੈ। 28-29 ਵਰ੍ਹਿਆਂ ਦੀ ਇੱਕ ਨੌਕਰੀ ਪੇਸ਼ਾ ਇਸਤਰੀ ਹੈ। ਉਸਦੀ ਸੱਸ ਨਹੀਂ ਚਾਹੁੰਦੀ ਕਿ ਉਹ ਦੂਜੀ ਕੁੜੀ ਨੂੰ ਜਨਮ ਦੇਵੇ। ਇਸ ਲਈ ਬੀਜੀ ਸਿਰਜਣਾ ਦੀ ਮਰਜ਼ੀ ਦੇ ਖਿਲਾਫ ਉਸਨੂੰ ਹਸਪਤਾਲ ਲਿਜਾ ਕੇ ਅਲਟਰਾਸਾਊਂਡ ਕਰਾਉਣਾ ਚਾਹੁੰਦੀ ਹੈ ਤਾਂ ਜੋ ਜੇਕਰ ਕਿਤੇ ਕੁੜੀ ਹੋਵੇ ਤਾਂ ਭਰੂਣ ਹੱਤਿਆ ਕਰਵਾਈ ਜਾ ਸਕੇ। ਪਰ ਸਿਰਜਣਾ ਨੂੰ ਇਹ ਕੰਮ ਪਾਪ ਲੱਗਦਾ ਹੈ। ਉਹ ਆਪਣੀ ਕੁੜੀ ਨੂੰ ਬਚਾਉਣਾ ਚਾਹੁੰਦੀ ਹੈ ਤੇ ਉਹ ਆਪਣੇ ਦ੍ਰਿੜ ਇਰਾਦੇ ਨਾਲ ਮੁੰਡੇ ਕੁੜੀ ਦੇ ਭੇਦ ਨੂੰ ਨਾ ਮੰਨਣ ਵਾਲੀ ਇੱਕ ਸੰਵੇਦਨਸ਼ੀਲ ਇਸਤਰੀ ਹੈ। ਮਤਲਬ ਜਿਸ ਦੇ ਵਿੱਚ ਬਹੁਤ ਸਾਰੇ ਇਮੋਸ਼ਨਸ ਨੇ, ਜਿਹੜੀ ਦ੍ਰਿੜ ਇਰਾਦੇ ਨਾਲ ਵਾਲੀ ਵੀ ਹੈ। ਇਸ ਦੇ ਨਾਲ ਹੀ ਸਾਡੀ ਇਹ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ। ਆਪ ਸਭ ਜੀਆਂ ਨੂੰ ਬਹੁਤ ਬਹੁਤ ਵਧਾਈ ਨਵੇਂ ਸਾਲ ਦੀ। ਰੱਬ ਕਰੇ ਕਿ ਨਵਾਂ ਸਾਲ ਹਰ ਇੱਕ ਦੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਜਿਸ ਬਿਮਾਰੀ ਤੋਂ ਅਸੀਂ ਗੁਜ਼ਰ ਰਹੇ ਹਾਂ ਇਹ ਛੇਤੀ ਤੋਂ ਛੇਤੀ ਖਤਮ ਹੋ ਜਾਵੇ ਤਾਂ ਕਿ ਸਾਰੇ ਲੋਕ ਇੱਕ ਸਮਾਨ ਤੇ ਇੱਕ ਆਮ ਜੀਵਨ ਜੀ ਸਕਣ ਤੇ ਅਗਲੇ ਜਨਮ ਵਿੱਚ ਬਹੁਤ ਉੱਨਤੀ ਕਰ ਸਕਣ। ਰੱਬ ਸਾਰੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਹੁਤ ਸੋਹਣੇ ਨੰਬਰਾਂ ਨਾਲ ਪਾਸ ਕਰੇ। ਤੁਸੀਂ ਪੰਜਾਬੀ ਸਿੱਖਣ ਦੇ ਮੰਤਵ ਵਿੱਚ ਸਫਲ ਹੋ ਸਕੋ ਤੇ ਬਹੁਤ ਸੋਹਣੀ ਪੰਜਾਬੀ ਸਿੱਖ ਸਕੋ। ਥੈਂਕ ਯੂ ਸੋ ਮਚ। ਹੈਵ ਅ ਨਾਈਸ ਡੇ। ਰੱਬ ਰਾਖਾ। ਹੈਪੀ ਨਿਊ ਈਅਰ।